ਬਾਈਬਲ ਅਤੇ ਮਾਤਾ ਪਰਮੇਸ਼ਵਰ ਸਿਰਲੇਖ ਉਪਦੇਸ਼ ਨਾਲ ਆਓ ਅਸੀਂ ਇਕੱਠੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਅੱਜ ਕੱਲ੍ਹ ਦੁਨੀਆ ਦੇ ਚਰਚ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਭਾਵੇਂ ਬਾਈਬਲ ਵਿੱਚ ਮਾਤਾ ਪਰਮੇਸ਼ਵਰ ਦੀ ਗਵਾਹੀ ਦਿੱਤੀ ਗਈ ਹੈ, ਫਿਰ ਵੀ ਉਹ ਉਹਨਾਂ ਨੂੰ ਨਹੀਂ ਜਾਣਦੇ ਜਾਂ ਸਮਝਦੇ ਹਨ। ਅੱਜ ਦੁਨੀਆ ਦੇ ਚਰਚ ਇਹ ਨਹੀਂ ਸਮਝਦੇ ਹਨ ਕਿ ਮਸੀਹਾਨ ਸਾਂਗ ਹੋਂਗ ਜੀ ਦੂਸਰੀ ਵਾਰ ਆਏ ਯਿਸੂ ਕਿਉਂ ਹਨ, ਅਤੇ ਨਾ ਹੀ ਉਹਨਾਂ ਕੋਲ ਮਾਤਾ ਪਰਮੇਸ਼ਵਰ ਬਾਰੇ ਸਮਝ ਹੈ। ਭਾਵੇਂ ਪਰਮੇਸ਼ਵਰ ਨੇ ਉਤਪਤ ਵਿੱਚ ਆਦਮ ਦੀ ਸਿਰਜਣਾ ਤੋਂ ਪਹਿਲਾਂ ਹੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦੇ ਦਿੱਤੀ ਸੀ, ਪਰ ਸੰਸਾਰ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕੀ ਪਰਮੇਸ਼ਵਰ ਵਿੱਚ ਉਹਨਾਂ ਦੀ ਦਿਲਚਸਪੀ ਦੀ ਘਾਟ ਦਾ ਮਤਲਬ ਇਹ ਨਹੀਂ ਹੈ ਕਿ ਉਹ ਮੁਕਤੀ ਜਾਂ ਸਵਰਗ ਦੇ ਰਾਜ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ? ਇਸੇ ਲਈ ਬਾਈਬਲ ਕਹਿੰਦੀ ਹੈ, ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਇਹ ਇਸ ਲਈ ਹੈ ਕਿਉਂਕਿ ਉਹਨਾਂ ਝੂਠੇ ਨਬੀਆਂ ਦੁਆਰਾ ਉਹਨਾਂ ਦੀਆਂ ਆਤਮਾਵਾਂ ਨੂੰ ਨਸ਼ਟ ਕੀਤਾ ਜਾਵੇਗਾ। ਇਸ ਲਈ ਮੁਕਤੀ ਲਈ ਪਰਮੇਸ਼ਵਰ ਸਾਨੂੰ ਉਹਨਾਂ ਦੇ ਵਚਨਾਂ ਦਾ ਕੀ ਕਰਨ ਲਈ ਕਹਿੰਦੇ ਹਨ? ਸਵਰਗੀ ਸੰਤਾਨਾਂ ਨੂੰ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨਾ ਚਾਹੀਦਾ ਹੈ, ਨਾ ਤਾਂ ਇਸ ਵਿੱਚ ਕੁਝ ਜੋੜਨਾ ਅਤੇ ਨਾ ਹੀ ਘਟਾਉਣਾ। ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਤਾਂ ਬਹੁਤ ਸਾਰੇ ਚਰਚ ਪਰਮੇਸ਼ਵਰ ਨੂੰ ਪਿਤਾ ਕਹਿੰਦੇ ਹਨ। ਉਹ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦੇ ਹਨ, ਪਿਤਾ ਕਿਰਪਾ ਕਰਕੇ ਸਾਨੂੰ ਆਸ਼ੀਸ਼ ਦਿਓ, ਜਾਂ ਪਿਤਾ ਕਿਰਪਾ ਕਰਕੇ ਸਾਡੇ ਪਾਪ ਮਾਫ ਕਰੋ। ਪਿਤਾ ਦਾ ਸਿਰਲੇਖ ਲਹੂ ਨਾਲ ਸੰਬੰਧਿਤ ਹੈ। ਫਿਰ ਵੀ ਅੱਜ ਦੇ ਚਰਚ ਪਸਾਹ ਦਾ ਪਰਬ ਨਹੀਂ ਮਨਾਉਂਦੇ ਹਨ, ਜੋ ਜੀਵਨ ਦੀ ਸੱਚਾਈ ਹੈ, ਜਿਸ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਮਨੁੱਖ ਜਾਤੀ ਨਾਲ ਲਹੂ ਦੇ ਰਿਸ਼ਤੇ ਵਿੱਚ ਜੋੜਿਆ। ਪਸਾਹ ਨਾ ਮਨਾਉਣ ਨਾਲ ਪਰਮੇਸ਼ਵਰ ਨਾਲ ਸਾਡੇ ਲਹੂ ਦੇ ਸਬੰਧ ਵਿੱਚ ਕੀ ਹੁੰਦਾ ਹੈ? ਉਹ ਸਬੰਧ ਟੁੱਟ ਜਾਂਦਾ ਹੈ। ਗਿਣਤੀ ਅਧਿਆਇ 9 ਵਿੱਚ ਪਰਮੇਸ਼ਵਰ ਨੇ ਕਿਹਾ, ਜੇ ਕੋਈ ਪਸਾਹ ਦਾ ਪਰਬ ਨਾ ਮਨਾਵੇ ਤਾਂ ਉਹਨਾਂ ਨਾਲ ਕੀ ਹੋਵੇਗਾ? ਉਹਨਾਂ ਨੂੰ ਪਰਮੇਸ਼ਵਰ ਦੇ ਲੋਕਾਂ ਵਿੱਚੋਂ ਨਾਸ਼ ਕੀਤਾ ਜਾਵੇ। ਉਹਨਾਂ ਦਾ ਪਰਮੇਸ਼ਵਰ ਨਾਲ ਕੋਈ ਸਬੰਧ ਨਹੀਂ ਹੈ। ਇਸ ਤੋਂ ਵੀ ਵੱਧ, ਜੇ ਉਹਨਾਂ ਦਾ ਮਾਤਾ ਪਰਮੇਸ਼ਵਰ ਨਾਲ ਕੋਈ ਸਬੰਧ ਨਹੀਂ ਹੈ ਤਾਂ ਕੀ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ? ਕੀ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਸਦੀਪਕ ਵਿਨਾਸ਼ ਅਤੇ ਨਰਕ ਦੀ ਸਦੀਪਕ ਸਜ਼ਾ ਦਿੱਤੀ ਜਾਵੇ? ਇਸ ਲਈ ਸਾਡੇ ਕੋਲ ਸਾਰੇ ਲੋਕਾਂ ਨੂੰ ਬਾਈਬਲ ਵਿੱਚ ਸਵਰਗੀ ਮਾਤਾ ਬਾਰੇ ਗਵਾਹੀ ਦੇਣ ਲਈ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਸਾਰੇ ਲੋਕੋ, ਅਸੀਂ ਇੱਕ ਦੂਜੇ ਨੂੰ ਕੀ ਕਹਿੰਦੇ ਹਾਂ? ਜਦੋਂ ਅਸੀਂ ਸਬਤ ਦੇ ਦਿਨ ਚਰਚ ਆਉਂਦੇ ਹਾਂ ਤਾਂ ਕੀ ਅਸੀਂ ਇੱਕ ਦੂਜੇ ਨੂੰ ਭਰਾ ਅਤੇ ਭੈਣ ਨਹੀਂ ਕਹਿੰਦੇ ਹਾਂ? ਇਹ ਸਹੀ ਹੈ, ਅਸੀਂ ਭਰਾ ਭੈਣ ਹਾਂ। ਅਸੀਂ ਨਾ ਸਿਰਫ ਪਿਤਾ ਪਰਮੇਸ਼ਵਰ ਦਾ ਆਦਰ ਕਰਦੇ ਹਾਂ, ਸਗੋਂ ਅਸੀਂ ਹੋਰ ਕਿਸ ਦਾ ਆਦਰ ਕਰਦੇ ਹਾਂ? ਅਸੀਂ ਮਾਤਾ ਪਰਮੇਸ਼ਵਰ ਦਾ ਵੀ ਆਦਰ ਕਰਦੇ ਹਾਂ। ਕੀ ਇਸ ਲਈ ਅਸੀਂ ਸਦੀਪਕ ਸਵਰਗੀ ਪਰਿਵਾਰ ਨਹੀਂ ਹਾਂ? ਅੱਜ ਆਓ ਅਸੀਂ ਬਾਈਬਲ ਰਾਹੀਂ ਇਸ ਸੱਚਾਈ ਦੀ ਪੁਸ਼ਟੀ ਕਰੀਏ ਜੋ ਪਰਮੇਸ਼ਵਰ ਨੇ ਸਾਡੇ ਤੇ ਪ੍ਰਗਟ ਕੀਤੀ ਹੈ। ਆਓ ਅਸੀਂ ਮੱਤੀ ਅਧਿਆਇ 13 ਉੱਤੇ ਜਾਈਏ। ਮੱਤੀ ਅਧਿਆਇ 13 ਵਚਨ 10। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਰਾਜ ਦੇ ਭੇਤ ਨੂੰ ਜਾਣਨ ਦੀ ਇਜਾਜ਼ਤ ਹੈ ਅਤੇ ਜਿਨ੍ਹਾਂ ਨੂੰ ਇਜਾਜ਼ਤ ਨਹੀਂ ਹੈ। ਆਓ ਵਚਨ 12 ਨਾਲ ਜਾਰੀ ਰੱਖੀਏ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਉਹ ਉਹੀ ਬਾਈਬਲ, ਉਹੀ ਵਚਨ ਅਤੇ ਉਹੀ ਵਾਕ ਪੜ੍ਹਦੇ ਹਨ।
ਹਾਲਾਂਕਿ ਉਹ ਵੇਖਦੇ ਹੋਏ ਕਿ ਉਹ ਵੇਖਦੇ ਹਨ, ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਇਹ ਹੈਰਾਨੀਜਨਕ ਹੈ। ਅਸੀਂ ਜਿਹੜੀ ਬਾਈਬਲ ਨੂੰ ਪੜ੍ਹ ਰਹੇ ਹਾਂ, ਉਹ ਉਹੀ ਬਾਈਬਲ ਹੈ ਜੋ ਦੁਨੀਆ ਭਰ ਵਿੱਚ ਪੜ੍ਹੀ ਜਾਂਦੀ ਹੈ। ਫਿਰ ਵੀ ਇਹ ਹੈਰਾਨੀਜਨਕ ਹੈ ਕਿ ਉਹ ਅਜਿਹੀਆਂ ਚੀਜ਼ਾਂ ਨਹੀਂ ਦੇਖ ਸਕਦੇ। ਵਚਨ 14 ਉਹਨਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ। ਕਿਉਂ ਜੇ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ। ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ, ਅਜਿਹਾ ਕਿਉਂ ਹੈ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਵਚਨ 17 ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ, ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ, ਅਤੇ ਜੋ ਕੁਝ ਤੁਸੀਂ ਜਾਣਦੇ ਹੋ ਸੋ ਸੁਣਨ ਪਰ ਨਾ ਸੁਣਿਆ। ਇਸ ਸੱਚਾਈ ਦਾ ਇੱਕ ਹਿੱਸਾ ਮਾਤਾ ਪਰਮੇਸ਼ਵਰ ਬਾਰੇ ਹੈ। ਇਹ ਰੋਮੀਆਂ ਅਧਿਆਇ 5 ਵਿੱਚ ਦਰਜ ਹੈ ਕਿ ਆਦਮ ਯਿਸੂ ਨੂੰ ਦਰਸਾਉਂਦਾ ਹੈ। ਫਿਰ ਆਤਮਿਕ ਹਵਾ ਬਾਰੇ ਕੀ? ਆਦਮ ਦੀ ਪਤਨੀ ਹਵਾ 6 ਦਿਨਾਂ ਦੀ ਰਚਨਾ ਦੇ ਅੰਤ ਵਿੱਚ ਪ੍ਰਗਟ ਹੋਈ। ਦੂਜੇ ਸ਼ਬਦਾਂ ਵਿੱਚ, ਛੁਟਕਾਰੇ ਦੇ 6000 ਸਾਲ ਦੇ ਕੰਮ ਦੇ ਅੰਤ ਵਿੱਚ ਸਾਰੇ ਜਿਉਂਦੇ ਪ੍ਰਾਣੀਆਂ ਦੀ ਮਾਤਾ ਨੂੰ ਮਨੁੱਖਜਾਤੀ ਨਾਲ ਜਾਣੂ ਕਰਾਉਣਾ ਚਾਹੀਦਾ ਹੈ। ਜੇਕਰ ਅਸੀਂ ਮਾਤਾ ਜੀ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਾਂ, ਤਾਂ ਸਾਡਾ ਵਿਸ਼ਵਾਸ ਅਤੇ ਯਤਨ ਵਿਅਰਥ ਹੋ ਜਾਣਗੇ। ਕਿਉਂਕਿ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਰਹਿ ਰਹੇ ਹਾਂ, ਇਸ ਲਈ ਸਾਨੂੰ ਮਾਤਾ ਪਰਮੇਸ਼ਵਰ ਨੂੰ ਜਾਣਨਾ ਚਾਹੀਦਾ ਹੈ। ਅਸੀਂ ਬਿਨਾਂ ਕਿਸੇ ਕਾਰਨ ਦੇ ਪਰਮੇਸ਼ਵਰ ਨੂੰ ਪਿਤਾ ਨਹੀਂ ਕਹਿੰਦੇ ਹਾਂ। ਬੇਸ਼ੱਕ ਪਰਮੇਸ਼ਵਰ ਅਤੇ ਸਾਡੇ ਵਿਚਕਾਰ ਆਤਮਿਕ ਪਿਤਾ ਅਤੇ ਸੰਤਾਨਾਂ ਦੇ ਰੂਪ ਵਿੱਚ ਇੱਕ ਸਬੰਧ ਹੈ। 2000 ਸਾਲ ਪਹਿਲਾਂ ਯਿਸੂ ਮਸੀਹ ਨੇ ਸਪਸ਼ਟ ਰੂਪ ਨਾਲ ਇਸ ਸੱਚਾਈ ਨੂੰ ਸਾਡੇ ਤੇ ਪ੍ਰਗਟ ਕੀਤਾ। ਆਓ ਅਸੀਂ ਮੱਤੀ ਅਧਿਆਇ 6 ਉੱਤੇ ਜਾਈਏ। ਆਓ ਵਚਨ 8 ਤੇ ਇੱਕ ਨਜ਼ਰ ਪਾਈਏ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ, ਭਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਯਿਸੂ ਨੇ ਕਿਸ ਨੂੰ ਕਿਹਾ? ਉਹਨਾਂ ਨੇ ਕਿਹਾ ਕਿ ਪਰਮੇਸ਼ਵਰ ਸਾਡੇ ਪਿਤਾ ਹਨ। ਯਿਸੂ ਨੇ ਕਿਹਾ, ਤੁਹਾਡੇ ਪਿਤਾ ਪਰਮੇਸ਼ਵਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ, ਭਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਸੋ ਤੁਸੀਂ ਇਸ ਬੇਦ ਨਾਲ ਪ੍ਰਾਰਥਨਾ ਕਰੋ, ਸਵਰਗ ਵਿੱਚ ਕੌਣ ਹੈ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ। ਕਿਉਂਕਿ ਅਸੀਂ ਪਾਪ ਦੇ ਪਰਦੇ ਨੂੰ ਪਾਇਆ ਹੋਇਆ ਹੈ, ਇਸ ਲਈ ਅਸੀਂ ਆਪਣੀਆਂ ਸਾਰੀਆਂ ਆਤਮਿਕ ਯਾਦਾਂ ਨੂੰ ਭੁੱਲ ਗਏ ਹਾਂ। ਲੋਕ ਨਹੀਂ ਜਾਣਦੇ ਸੀ ਕਿ ਪਰਮੇਸ਼ਵਰ ਉਹਨਾਂ ਦੇ ਪਿਤਾ ਹਨ। ਉਸ ਸਮੇਂ ਯਿਸੂ ਇਸ ਧਰਤੀ ਤੇ ਆਏ ਅਤੇ ਉਹਨਾਂ ਨੂੰ ਸਿਖਾਇਆ, ਪਰਮੇਸ਼ਵਰ ਤੁਹਾਡੇ ਪਿਤਾ ਹਨ, ਅਤੇ ਉਹਨਾਂ ਨੇ ਕੀ ਕਿਹਾ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਸਾਨੂੰ ਕਿਸ ਨਾਲ ਬੁਲਾਉਣਾ ਚਾਹੀਦਾ ਹੈ। ਯਿਸੂ ਨੇ ਸਾਨੂੰ ਸਿਖਾਇਆ ਕਿ ਪਰਮੇਸ਼ਵਰ ਸਾਡੇ ਪਿਤਾ ਹਨ। ਆਓ ਅਸੀਂ ਇਬਰਾਨੀਆਂ ਅਧਿਆਇ 12 ਵਚਨ 9 ਦੇਖੀਏ। ਇਬਰਾਨੀਆਂ ਅਧਿਆਇ 12 ਵਚਨ 9 ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ। ਤਾਂ ਭਲਾ ਕਿਸ ਨੂੰ? ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਆਤਮਾਵਾਂ ਦੇ ਪਿਤਾ ਦਾ ਮਤਲਬ ਪਰਮੇਸ਼ਵਰ ਹੈ। ਇਹ ਸਾਨੂੰ ਆਗਿਆਕਾਰੀ ਦਿਲ ਨਾਲ ਉਹਨਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਇਮਾਨਦਾਰੀ ਨਾਲ ਜੀਣਾ ਸਿਖਾਉਂਦਾ ਹੈ। ਇੱਥੇ ਜਿਸ ਤਰ੍ਹਾਂ ਸਰੀਰ ਦੇ ਪਿਤਾ ਹਨ, ਉਸੇ ਤਰ੍ਹਾਂ ਹੋਰ ਕੌਣ ਵੀ ਹੈ। ਉਹਨਾਂ ਨੇ ਸਾਨੂੰ ਆਤਮਾਵਾਂ ਦੇ ਪਿਤਾ ਬਾਰੇ ਜਾਣਨ ਦਿੱਤਾ। ਕੋਈ ਅਜਿਹਾ ਹੋਣਾ ਚਾਹੀਦਾ ਹੈ ਜੋ ਉਹਨਾਂ ਨੂੰ ਪਿਤਾ ਬੁਲਾ ਸਕੇ। ਸਿਰਫ ਸੰਤਾਨ ਹੀ ਪਿਤਾ ਦੇ ਸਿਰਲੇਖ ਦੀ ਵਰਤੋਂ ਕਰ ਸਕਦੀ ਹੈ। ਆਓ ਅਸੀਂ 2 ਕੁਰਿੰਥੀਆਂ ਅਧਿਆਇ 6 ਉੱਤੇ ਜਾਈਏ। ਦੋ ਕੁਰਿੰਥੀਆਂ ਅਧਿਆਇ 6 ਵਚਨ 17 ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ,
ਪ੍ਰਭ ਆਖਦਾ ਹੈ, ਅਤੇ ਕਿਸੇ ਪਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ। ਔਰ ਤੁਹਾਡਾ ਪਰਮੇਸ਼ਵਰ ਸਾਡੇ ਕੌਣ ਹੋਣਗੇ? ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਕਿਸਦੇ ਵਚਨ ਹਨ? ਬਚਨ ਸਰਬ ਸ਼ਕਤੀਮਾਨ ਪ੍ਰਭ ਦਾ ਹੈ। ਪਰਮੇਸ਼ਵਰ ਨੇ ਪਰਿਵਾਰਕ ਸਿਰਲੇਖਾਂ ਦੀ ਵਰਤੋਂ ਕੀਤੀ। ਔਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਫਿਰ ਇੱਥੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਕੌਣ ਨਹੀਂ ਹੈ? ਸਿਰਫ ਇਸ ਲਈ ਕਿ ਉਹ ਇੱਥੇ ਨਹੀਂ ਹਨ ਕਿ ਇਸ ਦਾ ਮਤਲਬ ਇਹ ਹੈ ਕਿ ਮਾਤਾ ਦੀ ਮੌਜੂਦਗੀ ਨਹੀਂ ਹੈ। ਇਸ ਦੀ ਬਜਾਏ ਪਰਮੇਸ਼ਵਰ ਨੇ ਕਿਰਪਾਪੂਰਨ ਮਾਤਾ ਬਾਰੇ ਸਿੱਖਿਆਵਾਂ ਪ੍ਰਦਾਨ ਕੀਤੀਆਂ ਹਨ। ਗਲਾਤੀਆਂ ਅਧਿਆਇ 4। ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 26 ਉੱਤੇ ਇੱਕ ਨਜ਼ਰ ਪਾਈਏ। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਸਾਡੀ ਮਾਤਾ ਹੈ। ਪਰਮੇਸ਼ਵਰ ਸਾਨੂੰ ਬਾਈਬਲ ਰਾਹੀਂ ਦੱਸਦੇ ਹਨ ਕਿ ਸਾਡੇ ਕੋਲ ਨਾ ਸਿਰਫ ਸਾਡੇ ਪਿਤਾ ਹਨ, ਸਗੋਂ ਸਾਡੀ ਮਾਤਾ ਵੀ ਹੈ। ਵਚਨ 27। ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ, ਖੁੱਲ ਕੇ ਗਾ ਅਤੇ ਚਿੱਲਾ, ਤੂੰ ਜਿਹਨੂੰ ਪੀੜਾਂ ਨਹੀਂ ਲੱਗੀਆਂ। ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗ, ਅਸੀਂ ਕੌਣ ਹਾਂ? ਬਚਨ ਦੀ ਸੰਤਾਨ ਹਾਂ। ਆਓ ਵਚਨ 29 ਦੁਆਰਾ ਦੇਖੀਏ ਕਿ ਕੌਣ ਵਾਅਦੇ ਦੀ ਸੰਤਾਨ ਬਣ ਸਕਦਾ ਹੈ। ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। ਇਸ ਲਈ, ਹੇ ਭਰਾਵੋ, ਅਸੀਂ ਗੋਲੀ ਦੀ ਨਹੀਂ ਸਗੋਂ ਕਿਸ ਦੀ? ਆਜ਼ਾਦ ਦੀ ਸੰਤਾਨ ਹਾਂ। ਫਿਰ ਆਜ਼ਾਦ ਔਰਤ ਕੌਣ ਹੈ? ਇਹ ਵਚਨ 26 ਨਾਲ ਜੁੜਿਆ ਹੋਇਆ ਹੈ। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇਸ ਲਈ ਅਸੀਂ ਆਜ਼ਾਦ ਔਰਤ ਦੀ ਸੰਤਾਨ ਹਾਂ, ਮਤਲਬ ਅਸੀਂ ਮਾਤਾ ਦੀ ਸੰਤਾਨ ਹਾਂ। ਸੰਤਾਨ ਨੂੰ ਉਸ ਔਰਤ ਨੂੰ ਜਿਸਨੇ ਉਸ ਨੂੰ ਜਨਮ ਦਿੱਤਾ ਕੀ ਕਹਿਣਾ ਚਾਹੀਦਾ ਹੈ? ਮਾਤਾ। ਇਸੇ ਲਈ ਪਰਮੇਸ਼ਵਰ ਨੇ ਸਾਨੂੰ ਪੁੱਤਰਾਂ ਅਤੇ ਧੀਆਂ ਦਾ ਕੀਮਤੀ ਸਿਰਲੇਖ ਦਿੱਤਾ ਹੈ। ਬਾਈਬਲ ਗਵਾਹੀ ਦਿੰਦੀ ਹੈ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਅਤੇ ਆਤਮਿਕ ਤੌਰ ਤੇ ਨਵਾਂ ਜਨਮ ਲੈਂਦੇ ਹਾਂ, ਤਾਂ ਪਰਮੇਸ਼ਵਰ ਦਾ ਮਾਸ ਅਤੇ ਲਹੂ ਸਾਡੇ ਅੰਦਰ ਮੌਜੂਦ ਹੁੰਦਾ ਹੈ। ਇਹ ਨਾ ਕੇਵਲ ਕੋਰੀਅਨ ਬਾਈਬਲ ਵਿੱਚ, ਸਗੋਂ ਸਾਰੀਆਂ ਬਾਈਬਲਾਂ ਵਿੱਚ ਵੀ ਇਸ ਤਰੀਕੇ ਨਾਲ ਲਿਖਿਆ ਗਿਆ ਹੈ। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇਸ ਲਈ, ਹੇ ਭਰਾਵੋ, ਅਸੀਂ ਗੋਲੀ ਦੀ ਨਹੀਂ ਸਗੋਂ ਆਜ਼ਾਦ ਦੀ ਸੰਤਾਨ ਹਾਂ। ਇੱਥੇ ਬਾਈਬਲ ਸਾਡੀਆਂ ਸਰੀਰਕ ਮਾਵਾਂ ਬਾਰੇ ਗੱਲ ਨਹੀਂ ਕਰ ਰਹੀ ਹੈ। ਇਹ ਸਾਡੀ ਆਤਮਿਕ ਮਾਤਾ, ਸਵਰਗੀ ਮਾਤਾ ਬਾਰੇ ਵਿਆਖਿਆ ਕਰ ਰਹੀ ਹੈ ਨਾ? ਇਸ ਤੋਂ ਇਲਾਵਾ ਪੂਰੀ ਬਾਈਬਲ ਵਿੱਚ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਲਗਾਤਾਰ ਦਰਜ ਕੀਤਾ ਗਿਆ ਹੈ। ਆਓ ਅਸੀਂ ਉਤਪਤ ਅਧਿਆਇ 1 ਖੋਲੀਏ। ਉਤਪਤ ਅਧਿਆਇ 1 ਵਚਨ 26। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਭਾਵੇਂ ਲੋਕ ਇਸ ਵਚਨ ਨੂੰ ਪੜ੍ਹਦੇ ਹਨ, ਪਰ ਉਹ ਇਸ ਉੱਤੇ ਧਿਆਨ ਨਹੀਂ ਦਿੰਦੇ। ਹਾਲਾਂਕਿ ਇਸ ਵਿੱਚ ਕੁਝ ਬਹੁਤ ਮਹੱਤਵਪੂਰਨ ਹੈ। ਕੁਝ ਲੋਕ ਜ਼ੋਰ ਦਿੰਦੇ ਹਨ, ਪਿਤਾ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ। ਪਰ ਜੇ ਅਸੀਂ ਵਚਨ 26 ਨੂੰ ਦੁਬਾਰਾ ਵੇਖੀਏ ਤਾਂ ਇਹ ਕਹਿੰਦਾ ਹੈ, ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਇਸ ਨੂੰ ਬਹੁਵਚਨ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਅੰਗਰੇਜ਼ੀ ਬਾਈਬਲ ਵੀ ਇਸ ਨੂੰ ਅਸੀਂ ਦੇ ਰੂਪ ਵਿੱਚ ਪ੍ਰਗਟ ਕਰਦੀ ਹੈ, ਜੋ ਬਹੁਵਚਨ ਹੈ। ਅਸੀਂ ਆਦਮੀ ਨੂੰ ਆਪਣੇ ਸਰੂਪ ਅਰ ਆਪਣੇ ਵਰਗਾ ਬਣਾਈਏ। ਪਰਮੇਸ਼ਵਰ ਨੇ ਬਾਈਬਲ ਦੇ ਮੂਲ ਪਾਠ ਵਿੱਚ ਬਹੁਵਚਨ ਰੂਪ ਦੀ ਵਰਤੋਂ ਕੀਤੀ ਅਤੇ ਕਿਹਾ, ਅਸੀਂ ਆਦਮੀ ਨੂੰ ਆਪਣੇ ਸਰੂਪ ਵਿੱਚ ਬਣਾਈਏ। ਇਹ ਦਰਸਾਉਂਦਾ ਹੈ ਕਿ ਸਿਰਫ ਪਿਤਾ ਪਰਮੇਸ਼ਵਰ ਨੇ ਆਦਮੀ ਨੂੰ ਨਹੀਂ ਬਣਾਇਆ। ਇਹ ਉਹਨਾਂ ਬਾਈਬਲਾਂ ਵਿੱਚ ਵੀ ਇਸ ਤਰ੍ਹਾਂ ਦਰਜ ਹੈ ਜਿਨ੍ਹਾਂ ਦਾ ਅਨੁਵਾਦ ਸਾਰੀਆਂ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ। ਅਜਿਹੀ ਕੋਈ ਵੀ ਬਾਈਬਲ ਨਹੀਂ ਹੈ ਜੋ ਗਵਾਹੀ ਦਿੰਦੀ ਹੈ ਸਿਰਫ ਇੱਕ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ।
ਆਓ ਅਸੀਂ ਵਚਨ 26 ਨੂੰ ਫਿਰ ਵੇਖੀਏ। ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਯਾਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀਪੁਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਉਹਨਾਂ ਨੇ ਕਿਸ ਨੂੰ ਬਣਾਇਆ? ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਮਨੁੱਖ ਜਾਤੀ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ ਅਤੇ ਨਰ ਅਤੇ ਨਾਰੀ ਨੂੰ ਬਣਾਇਆ ਗਿਆ ਸੀ। ਫਿਰ ਪਰਮੇਸ਼ਵਰ ਦਾ ਸਰੂਪ ਕੀ ਹੋਣਾ ਚਾਹੀਦਾ ਹੈ? ਨਾ ਸਿਰਫ ਨਰ ਸਰੂਪ ਵਿੱਚ ਹੀ ਪਰਮੇਸ਼ਵਰ ਹੋਣੇ ਚਾਹੀਦੇ ਹਨ, ਸਗੋਂ ਨਾਰੀ ਸਰੂਪ ਵਿੱਚ ਵੀ ਪਰਮੇਸ਼ਵਰ ਹੋਣੇ ਚਾਹੀਦੇ ਹਨ, ਹੈ ਨਾ? ਸੌਖੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ਵਰ ਨੇ ਕਿਹਾ, ਅਸੀਂ ਆਦਮੀ ਨੂੰ ਆਪਣੇ ਸਰੂਪ ਪਰ ਆਪਣੇ ਵਰਗਾ ਬਣਾਈਏ, ਤਾਂ ਪਰਮੇਸ਼ਵਰ ਆਪਣੇ ਸਰੂਪ ਦੀ ਨਕਲ ਕਰਨਾ ਚਾਹੁੰਦੇ ਸੀ। ਲੰਬੇ ਸਮੇਂ ਤੋਂ ਮਨੁੱਖ ਜਾਤੀ ਨੇ ਪੁਰਸ਼ ਕਰਕੇ ਪਰਮੇਸ਼ਵਰ ਨੂੰ ਪਿਤਾ ਪਰਮੇਸ਼ਵਰ ਕਿਹਾ। ਫਿਰ ਕੁਦਰਤੀ ਤੌਰ ਤੇ ਇਸਤਰੀ ਸਰੂਪ ਦੀ ਪਰਮੇਸ਼ਵਰ ਨੂੰ ਮਾਤਾ ਪਰਮੇਸ਼ਵਰ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਗਲਾਤੀਆਂ ਅਧਿਆਇ 4 ਵਚਨ 26 ਵਿੱਚ ਲਿਖਿਆ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਸਾਡੀ ਮਾਤਾ ਹੈ। ਆਮੀਨ। ਪਰਮੇਸ਼ਵਰ ਨੇ ਕਿਹਾ ਕਿ ਜਦੋਂ ਲੋਕ ਜੋ ਇਹ ਨਹੀਂ ਸਮਝਦੇ ਹਨ ਕਿ ਪਰਮੇਸ਼ਵਰ ਦੇ ਵਚਨ ਦੇ ਜੋੜੇ ਵਚਨ ਹਨ, ਇਸ ਵਚਨ ਨੂੰ ਦੇਖਦੇ ਹਨ, ਤਾਂ ਇਹ ਭਵਿੱਖਬਾਣੀ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ, ਉਹਨਾਂ ਦੁਆਰਾ ਪੂਰਾ ਹੁੰਦੀ ਹੈ। ਕੀ ਇਹ ਕੁਦਰਤੀ ਨਹੀਂ ਹੈ ਕਿ ਜੇਕਰ ਪਿਤਾ ਪਰਮੇਸ਼ਵਰ ਮੌਜੂਦ ਹਨ, ਤਾਂ ਮਾਤਾ ਪਰਮੇਸ਼ਵਰ ਵੀ ਮੌਜੂਦ ਹੈ? ਪਿਤਾ ਅਤੇ ਮਾਤਾ ਤੋਂ ਬਿਨਾਂ ਪੁੱਤਰ ਅਤੇ ਧੀਆਂ ਕਿਵੇਂ ਹੋ ਸਕਦੇ ਹਨ? ਇਸ ਧਰਤੀ ਦਾ ਸਿਧਾਂਤ ਸਵਰਗ ਦੇ ਸਿਧਾਂਤਾਂ ਦੀ ਨਕਲ ਹੈ। ਉਹ ਸਵਰਗੀ ਚੀਜ਼ਾਂ ਦਾ ਨਕਲ ਅਤੇ ਪਰਛਾਵਾਂ ਹੈ। ਫਿਰ ਸੰਸਾਰਿਕ ਪਰਿਵਾਰ ਪ੍ਰਣਾਲੀ ਸਵਰਗੀ ਪਰਿਵਾਰ ਪ੍ਰਣਾਲੀ ਦੀ ਨਕਲ ਅਤੇ ਪਰਛਾਵਾਂ ਹੈ। ਜਿਸ ਤਰ੍ਹਾਂ ਧਰਤੀ ਉੱਤੇ ਪਿਤਾ ਹਨ, ਉਸੇ ਤਰ੍ਹਾਂ ਆਤਮਾ ਦੇ ਪਿਤਾ ਹਨ। ਆਤਮਿਕ ਅਤੇ ਸਰੀਰਕ ਤੌਰ ਤੇ ਪੁੱਤਰ ਅਤੇ ਧੀਆਂ ਹਨ। ਜਿਵੇਂ ਮਾਤਾ ਹੁੰਦੀ ਹੈ ਜੋ ਸੰਤਾਨਾਂ ਨੂੰ ਜੀਵਨ ਦਿੰਦੀ ਹੈ, ਉਸ ਤਰ੍ਹਾਂ ਸਵਰਗੀ ਮਾਤਾ ਵੀ ਹੋਣੀ ਚਾਹੀਦੀ ਹੈ ਜੋ ਸਦੀਪਕ ਜੀਵਨ ਦਿੰਦੀ ਹੈ। ਇਹ ਪਰਮੇਸ਼ਵਰ ਦੀ ਸਿੱਖਿਆ ਹੈ ਜਿਸ ਨੂੰ ਉਹਨਾਂ ਨੇ ਸ੍ਰਿਸ਼ਟੀ ਦੇ ਸਮੇਂ ਤੋਂ ਸਥਾਪਿਤ ਕੀਤਾ ਹੈ। ਚਰਚ ਆਫ ਗॉड ਇਹਨਾਂ ਸਿੱਖਿਆਵਾਂ ਤੇ ਚੱਲ ਰਿਹਾ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਸਿੱਖਿਆ ਹੈ। ਫਿਰ ਕੀ ਬਾਈਬਲ ਵਿੱਚ ਜੋ ਕੁਝ ਹੈ ਉਸ ਦਾ ਪ੍ਰਚਾਰ ਕਰਨਾ ਗਲਤ ਹੈ? ਇਸ ਦੀ ਬਜਾਏ, ਜੇ ਕੋਈ ਬਾਈਬਲ ਵਿੱਚ ਲਿਖਿਆ ਗੱਲਾਂ ਦੇ ਪ੍ਰਚਾਰ ਵਿੱਚ ਰੁਕਾਵਟ ਪਾਉਂਦਾ ਹੈ, ਤਾਂ ਉਸ ਨਾਲ ਕੀ ਹੋਵੇਗਾ? ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਕਹਿੰਦਾ ਹੈ ਕਿ ਪਰਮੇਸ਼ਵਰ ਉਸ ਵਿਅਕਤੀ ਉੱਤੇ ਵਿਪਤਾਵਾਨ ਪਾਉਣਗੇ। ਕਿਉਂਕਿ ਬਾਈਬਲ ਸਿਖਾਉਂਦੀ ਹੈ ਕਿ ਜੋ ਲੋਕ ਉਸ ਲਈ ਜੋ ਮੌਜੂਦਗੀ ਵਿੱਚ ਹੈ ਇਹ ਦਾਅਵਾ ਕਰਦੇ ਹਨ, ਇਹ ਮੌਜੂਦਗੀ ਵਿੱਚ ਨਹੀਂ ਹੈ, ਜਾਂ ਜੋ ਮੌਜੂਦਗੀ ਵਿੱਚ ਨਹੀਂ ਹੈ ਉਸ ਲਈ ਇਹ ਕਹਿੰਦੇ ਹਨ ਇਹ ਮੌਜੂਦਗੀ ਵਿੱਚ ਹੈ, ਉਹ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਹਨ। ਫਿਰ ਅਸੀਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਇਨਕਾਰ ਕਿਵੇਂ ਕਰ ਸਕਦੇ ਹਾਂ? ਇਸ ਤਰ੍ਹਾਂ ਬਾਈਬਲ ਨਾ ਸਿਰਫ ਪਿਤਾ ਪਰਮੇਸ਼ਵਰ ਸਗੋਂ ਮਾਤਾ ਪਰਮੇਸ਼ਵਰ ਨੂੰ ਵੀ ਪ੍ਰਗਟ ਕਰਦੀ ਹੈ। ਸਿਰਫ ਪੁਰਾਣੇ ਨੇਮ ਵਿੱਚ, ਮੂਲ ਇਬਰਾਨੀ ਪਾਠ ਵਿੱਚ, ਬਹੁਵਚਨ ਰੂਪ ਐਲੋਹੀਮ ਦੀ ਵਰਤੋਂ 2500 ਤੋਂ ਵੱਧ ਵਾਰ ਕੀਤੀ ਗਈ ਹੈ। ਬੇਸ਼ੱਕ ਪਰਮੇਸ਼ਵਰ ਨੂੰ ਇਕਵਚਨ ਰੂਪ ਐਲ ਜਾਂ ਐਲੋਹ ਵਿੱਚ ਪ੍ਰਗਟ ਕੀਤਾ ਗਿਆ ਹੈ। ਉਤਪਤ ਅਧਿਆਇ 1 ਵਚਨ 1 ਵਿੱਚ ਲਿਖਿਆ ਹੈ, ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਇੱਥੇ ਸ਼ਬਦ ਪਰਮੇਸ਼ਵਰ ਨੂੰ ਬਹੁਵਚਨ ਰੂਪ ਐਲੋਹੀਮ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਆਦਿ ਵਿੱਚ ਬਹੁਵਚਨ ਦੇ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਜਦੋਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ, ਤਾਂ ਉਹਨਾਂ ਨੇ ਕਿਹਾ, ਆਓ ਅਸੀਂ ਆਦਮੀ ਨੂੰ ਆਪਣੇ ਸਰੂਪ ਅਨੁਸਾਰ ਆਪਣੇ ਵਰਗਾ ਬਣਾਈਏ। ਫਿਰ ਉਹਨਾਂ ਨੇ ਨਰ ਅਤੇ ਨਾਰੀ ਨੂੰ ਬਣਾਇਆ। ਸਾਰੇ ਲੋਕੋ, ਜੇ ਤੁਸੀਂ ਇੱਕ ਆਦਮੀ ਅਤੇ ਇੱਕ ਔਰਤ ਦੀ ਤਸਵੀਰ ਦੀ ਨਕਲ ਕਰਦੇ ਹੋ, ਤਾਂ ਕੀ ਪ੍ਰਿੰਟ ਕੀਤੇ ਗਏ ਕਾਗਜ਼ ਤੇ ਇੱਕ ਪੁਰਸ਼ ਅਤੇ ਇੱਕ ਔਰਤ ਦੀ ਤਸਵੀਰ ਦਿਖਾਈ ਨਹੀਂ ਦਿੰਦੀ ਹੈ? ਕੀ ਕਾਪੀ ਅਸਲ ਤੋਂ ਵੱਖਰੀ ਹੁੰਦੀ ਹੈ? ਅਸੀਂ ਮਨੁੱਖ ਪਰਮੇਸ਼ਵਰ ਦੀ ਨਕਲ ਹਾਂ। ਆਤਮਿਕ ਤੌਰ ਤੇ ਪਰਮੇਸ਼ਵਰ ਦਾ ਨਰ ਸਰੂਪ ਅਤੇ ਪਰਮੇਸ਼ਵਰ ਦਾ ਨਾਰੀ ਸਰੂਪ ਹੈ।
ਉਹ ਪਰਮੇਸ਼ਵਰ ਦੇ ਨਰ ਸਰੂਪ ਨੂੰ ਪਿਤਾ ਪਰਮੇਸ਼ਵਰ ਕਹਿੰਦੇ ਹਨ। ਫਿਰ ਉਹ ਇਸ ਉੱਤੇ ਜ਼ੋਰ ਦਿੰਦੇ ਹਨ ਕਿ ਮਾਤਾ ਪਰਮੇਸ਼ਵਰ ਮੌਜੂਦ ਨਹੀਂ ਹੈ, ਉਹਨਾਂ ਨੂੰ ਨਜ਼ਰਅੰਦਾਜ਼ ਕਿਉਂ ਕਰਦੇ ਹਨ? ਇਹ ਗਲਤ ਹੈ। ਇਸ ਲਈ ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੁਆਰਾ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਗਵਾਈ ਅਤੇ ਸਿੱਖਿਆ ਪ੍ਰਾਪਤ ਕਰ ਸਕੀਏ। ਫਿਰ ਆਓ ਅਸੀਂ ਨਾ ਸਿਰਫ ਉਤਪਤ ਨੂੰ, ਸਗੋਂ ਪ੍ਰਕਾਸ਼ ਦੀ ਪੋਥੀ ਨੂੰ ਵੀ ਦੇਖੀਏ। ਆਓ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਆਤਮਾ ਅਤੇ ਲਾੜੀ ਆਖਦੀ ਹੈ। ਤ੍ਰੇਕ ਦੇ ਅਨੁਸਾਰ ਕੀ ਅਸੀਂ ਇਹ ਨਹੀਂ ਸਿੱਖਿਆ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਇੱਕੋ ਹੀ ਪਰਮੇਸ਼ਵਰ ਹਨ? ਆਤਮਾ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ, ਜਿਨ੍ਹਾਂ ਕੋਲ ਨਰ ਸਰੂਪ ਹੈ। ਫਿਰ ਸਾਡੇ ਲਈ ਪਿਤਾ ਦੀ ਲਾੜੀ ਕੌਣ ਹੋਵੇਗੀ? ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕਹਿੰਦੇ ਹਨ, ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਕੇਵਲ ਪਰਮੇਸ਼ਵਰ ਹੀ ਜੀਵਨ ਦਾ ਜਲ ਦੇ ਸਕਦੇ ਹਨ। ਹਾਲਾਂਕਿ ਪਰਮੇਸ਼ਵਰ ਇੱਥੇ ਕੀ ਕਹਿੰਦੇ ਹਨ? ਜੋ ਕੋਈ ਪਿਆਸਾ ਹੋਵੇ, ਮੇਰੇ ਕੋਲ ਆਵੇ। ਸਾਨੂੰ ਉਸ ਚਰਚ ਵਿੱਚ ਜਾਣਾ ਚਾਹੀਦਾ ਹੈ ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੋਵੇਂ ਸਾਨੂੰ ਬੁਲਾਉਂਦੇ ਹਨ। ਅੱਜਕੱਲ ਬਹੁਤ ਸਾਰੇ ਚਰਚ ਹਨ, ਫਿਰ ਵੀ ਉਹ ਸਿਰਫ ਪਿਤਾ ਪਰਮੇਸ਼ਵਰ ਨੂੰ ਮੰਨਦੇ ਹਨ ਅਤੇ ਮਾਤਾ ਪਰਮੇਸ਼ਵਰ ਤੋਂ ਇਨਕਾਰ ਕਰਦੇ ਹਨ। ਦੂਜੇ ਸ਼ਬਦਾਂ ਵਿੱਚ, ਉਹ ਬਾਈਬਲ ਉੱਤੇ ਵਿਸ਼ਵਾਸ ਨਹੀਂ ਕਰਦੇ ਹਨ। ਬਾਈਬਲ ਸਾਨੂੰ ਕੀ ਦੱਸ ਰਹੀ ਹੈ? ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਵੀ ਹੈ। ਇਸ ਤੋਂ ਇਲਾਵਾ ਇਹ 2500 ਤੋਂ ਜ਼ਿਆਦਾ ਵਾਰ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਪਰਮੇਸ਼ਵਰ ਨੂੰ ਬਹੁਵਚਨ ਰੂਪ ਵਿੱਚ ਦਰਸਾਇਆ ਗਿਆ ਹੈ। ਹਾਲਾਂਕਿ ਕਿਉਂਕਿ ਇਹ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਉਹਨਾਂ ਨੇ ਸਿੱਖਿਆ ਸੀ, ਇਸ ਲਈ ਉਹ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ। ਫਿਰ ਉਹ ਪਿਤਾ ਸ਼ਬਦ ਦੀ ਵਰਤੋਂ ਕਿਉਂ ਕਰਦੇ ਹਨ? ਉਹ ਇੱਕ ਦੂਜੇ ਨੂੰ ਭਰਾ ਅਤੇ ਭੈਣ ਵੀ ਕਹਿੰਦੇ ਹਨ। ਫਿਰ ਵੀ ਸਿਰਫ ਮਾਤਾ ਹੀ ਸਪਸ਼ਟ ਤੌਰ ਤੇ ਮੌਜੂਦ ਨਹੀਂ ਹੈ। ਇੱਕ ਪਰਿਵਾਰ ਬਣਾਉਣ ਲਈ ਕੌਣ ਹੋਣਾ ਚਾਹੀਦਾ ਹੈ? ਇੱਕ ਪਿਤਾ ਅਤੇ ਸੰਤਾਨਾਂ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਸੰਤਾਨਾਂ ਨੂੰ ਜੀਵਨ ਦੇਣ ਵਾਲੀ ਮਾਤਾ ਤੋਂ ਬਿਨਾਂ ਇਹ ਨਹੀਂ ਬਣ ਸਕਦਾ। ਆਤਮਿਕ ਤੌਰ ਤੇ ਵੀ ਅਜਿਹਾ ਹੀ ਹੈ। ਇਸ ਲਈ ਜਦੋਂ ਸਾਰੇ ਲੋਕ ਤੋਬਾ ਕਰਦੇ ਹਨ ਅਤੇ ਸੀਯੋਨ ਨੂੰ ਵਾਪਸ ਆਉਂਦੇ ਹਨ ਜਿੱਥੇ ਜੀਵਨ ਦਾ ਜਲ ਦੇਣ ਵਾਲੇ ਪਿਤਾ ਅਤੇ ਮਾਤਾ ਰਹਿੰਦੇ ਹਨ, ਤਾਂ ਉਹ ਸਵਰਗ ਦਾ ਰਾਜ, ਮੁਕਤੀ, ਪਾਪਾਂ ਦੀ ਮਾਫੀ ਅਤੇ ਪਰਮੇਸ਼ਵਰ ਦੀ ਕਿਰਪਾ ਪ੍ਰਾਪਤ ਕਰਨਗੇ। ਸਾਨੂੰ ਇਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਸਾਨੂੰ ਸਵਰਗ ਦੇ ਰਾਜ ਨੂੰ ਨਹੀਂ ਭੁੱਲਣਾ ਚਾਹੀਦਾ, ਪਰ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਪਿਤਾ ਅਤੇ ਮਾਤਾ ਦਾ ਪਾਲਣ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਚਰਚ ਆਫ ਗॉड ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਦਾ ਇਮਾਨਦਾਰੀ ਨਾਲ ਪਾਲਣ ਕਰਦਾ ਹੈ। ਦੁਨੀਆ ਦੇ ਬਹੁਤ ਸਾਰੇ ਚਰਚ ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਨਹੀਂ ਕਰਦੇ ਹਨ। ਉਹ ਸਹੀ ਮਾਰਗ ਤੇ ਨਹੀਂ ਚੱਲਦੇ। ਉਹ ਸਬਤ ਦਾ ਦਿਨ ਨਹੀਂ ਮਨਾਉਂਦੇ। ਉਹ ਪਸਾਹ ਦਾ ਪਰਬ ਨਹੀਂ ਮਨਾਉਂਦੇ, ਜਿਸ ਨੂੰ ਮਨਾਉਣ ਦੀ ਯਿਸੂ ਨੇ ਬਹੁਤ ਇੱਛਾ ਕੀਤੀ ਸੀ। ਪਸਾਹ ਤੋਂ ਬਿਨਾਂ ਪਰਮੇਸ਼ਵਰ ਨਾਲ ਲਹੂ ਦਾ ਰਿਸ਼ਤਾ ਟੁੱਟ ਜਾਂਦਾ ਹੈ। ਸਿਰਫ ਪਸਾਹ ਦੇ ਨਾਲ ਹੀ ਅਸੀਂ ਨੇਮ ਦੇ ਲਹੂ ਦੁਆਰਾ ਪਰਮੇਸ਼ਵਰ ਨਾਲ ਸੰਬੰਧਿਤ ਰੱਖ ਸਕਦੇ ਹਾਂ। ਜਿਵੇਂ ਸਰੀਰਕ ਪਰਿਵਾਰ ਲਹੂ ਰਾਹੀਂ ਜੁੜਿਆ ਹੋਇਆ ਹੈ, ਉਸੇ ਤਰ੍ਹਾਂ ਆਤਮਿਕ ਪਰਿਵਾਰ ਵੀ ਲਹੂ ਰਾਹੀਂ ਜੁੜਿਆ ਹੁੰਦਾ ਹੈ। ਆਓ ਅਸੀਂ ਮੱਤੀ ਦੀ ਕਿਤਾਬ ਅਧਿਆਇ 26 ਉੱਤੇ ਇੱਕ ਨਜ਼ਰ ਪਾਈਏ। ਮੱਤੀ ਅਧਿਆਇ 26 ਵਚਨ 17। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। ਆਓ ਵਚਨ 26 ਵਿੱਚ ਪਸਾਹ ਮਨਾਉਣ ਦਾ ਦ੍ਰਿਸ਼ ਦੇਖੀਏ। ਵਚਨ 26।
ਜਦ ਉਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਸਾਨੂੰ ਪਸਾਹ ਦੀ ਰੋਟੀ ਦੇ ਕੇ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੀਰ ਦੇ ਰੂਪ ਵਿੱਚ ਇਸ ਦਾ ਅਰਥ ਦੱਸਿਆ। ਵਚਨ 27। ਫਿਰ ਉਹਨੇ ਪਿਆਲਾ ਲੈ ਕੇ ਪਿਆਲੇ ਵਿੱਚ ਦਾਖਰਸ ਸੀ, ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਕਿਸ ਦਾ ਲਹੂ ਹੈ? ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਸਾਨੂੰ ਪਸਾਹ ਦੀ ਰੋਟੀ ਅਤੇ ਦਾਖਰਸ ਦਿੰਦੇ ਹੋਏ ਉਹਨਾਂ ਨੇ ਸਾਨੂੰ ਦੱਸਿਆ ਕਿ ਰੋਟੀ ਅਤੇ ਦਾਖਰਸ ਉਹਨਾਂ ਦੇ ਮਾਂਸ ਅਤੇ ਲਹੂ ਨੂੰ ਦਰਸਾਉਂਦਾ ਹੈ। ਕੀ ਇਹ ਸਪਸ਼ਟ ਨਹੀਂ ਹੈ ਕਿ ਜਿਹੜੇ ਮਾਤਾ ਪਿਤਾ ਦੇ ਮਾਂਸ ਅਤੇ ਲਹੂ ਨੂੰ ਪ੍ਰਾਪਤ ਕਰਦੇ ਹਨ, ਉਹ ਉਹਨਾਂ ਦੀ ਸੰਤਾਨ ਹਨ? ਦੂਜੇ ਸ਼ਬਦਾਂ ਵਿੱਚ, ਜਿੱਥੇ ਵੀ ਪਸਾਹ ਨਹੀਂ ਮਨਾਇਆ ਜਾਂਦਾ ਹੈ, ਉੱਥੇ ਪਰਮੇਸ਼ਵਰ ਦੇ ਮਾਂਸ ਅਤੇ ਲਹੂ ਨੂੰ ਵਿਰਾਸਤ ਵਿੱਚ ਮਿਲਣ ਦਾ ਕੋਈ ਵਾਅਦਾ ਨਹੀਂ ਹੈ। ਹਾਲਾਂਕਿ ਉਸ ਚਰਚ ਵਿੱਚ ਜਿੱਥੇ ਪਸਾਹ ਦੀ ਸੱਚਾਈ ਨੂੰ ਦੇਖਿਆ ਜਾਂਦਾ ਹੈ, ਅਸੀਂ ਮਸੀਹ ਦੇ ਮਾਂਸ ਅਤੇ ਲਹੂ ਵਿੱਚ ਹਿੱਸਾ ਲੈ ਸਕਦੇ ਹਾਂ ਅਤੇ ਪਰਮੇਸ਼ਵਰ ਨਾਲ ਉਹਨਾਂ ਦੀਆਂ ਸੰਤਾਨਾਂ ਦੇ ਰੂਪ ਵਿੱਚ ਸਬੰਧ ਦੀ ਗਾਰੰਟੀ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਸੰਬੰਧ ਵਿੱਚ ਪਰਮੇਸ਼ਵਰ ਨੇ ਪਸਾਹ ਨੂੰ ਨਵੇਂ ਨੇਮ ਦੇ ਰੂਪ ਵਿੱਚ ਦਰਸਾਇਆ ਅਤੇ ਇੱਕ ਵਾਅਦਾ ਸਥਾਪਿਤ ਕੀਤਾ। ਫਿਰ ਆਓ 1 ਕੁਰਿੰਥੀਆਂ ਅਧਿਆਇ 10 ਵਚਨ 16 ਵਿੱਚ ਮਸੀਹ ਦੇ ਲਹੂ ਬਾਰੇ ਵਚਨ ਦੀ ਜਾਂਚ ਕਰੀਏ। ਅਧਿਆਇ 10 ਵਚਨ 16। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ, ਕਿ ਉਹ ਮਸੀਹ ਦੇ ਲਹੂ ਦੀ ਸਾਂਝਾ ਨਹੀਂ? ਇੱਥੇ ਨਹੀਂ ਇਨਕਾਰ ਕਰਨਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਹ ਮਸੀਹ ਦੇ ਲਹੂ ਵਿੱਚ ਹਿੱਸਾ ਲੈਣਾ ਹੈ। ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ, ਕਿ ਉਹ ਮਸੀਹ ਦੇ ਸਰੀਰ ਦੀ ਸਾਂਝਾ ਸਹੀ? ਇਸ ਤਰ੍ਹਾਂ ਪਸਾਹ ਦੀ ਰੋਟੀ ਅਤੇ ਦਾਖਰਸ ਮਸੀਹ ਦੇ ਮਾਂਸ ਅਤੇ ਲਹੂ ਵਿੱਚ ਹਿੱਸਾ ਲੈਣ ਦੇ ਸਮਾਰੋਹ ਨੂੰ ਦਰਸਾਉਂਦਾ ਹੈ। ਰਸੂਲ ਪੌਲੁਸ ਨੇ ਕੁਰਿੰਥੁਸ ਦੇ ਮੈਂਬਰਾਂ ਨੂੰ ਇਹ ਸਮਝਾਇਆ। ਵਚਨ 17। ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭੇ ਇੱਕ ਰੋਟੀ ਵਿੱਚ ਸਾਂਝੀ ਹਾਂ। ਇਸ ਤਰ੍ਹਾਂ ਉਸਨੇ ਉਹਨਾਂ ਨੂੰ ਸਿਖਾਇਆ। ਫਿਰ ਪਸਾਹ ਦੇ ਪਰਬ ਨੂੰ ਮਨਾਏ ਬਿਨਾਂ ਲਹੂ ਦੇ ਰਾਹੀਂ ਪਰਮੇਸ਼ਵਰ ਨਾਲ ਆਤਮਿਕ ਤੌਰ ਤੇ ਸੰਬੰਧਿਤ ਹੋਣ ਦਾ ਦਾਅਵਾ ਕਰਨ ਬਾਰੇ ਕੀ? ਇਹ ਇੱਕ ਝੂਠ ਹੈ। ਸਿਰਫ ਉਹ ਜੋ ਪਸਾਹ ਦਾ ਪਰਬ ਮਨਾਉਂਦੇ ਹਨ, ਪਰਮੇਸ਼ਵਰ ਨੂੰ ਪਿਤਾ ਅਤੇ ਮਾਤਾ ਕਹਿ ਸਕਦੇ ਹਨ। ਭਾਵੇਂ ਜਿਹੜੇ ਲੋਕ ਪਸਾਹ ਦਾ ਪਰਬ ਨਹੀਂ ਮਨਾਉਂਦੇ ਹਨ, ਉਹ 10,000 ਵਾਰ ਪਿਤਾ ਪਰਮੇਸ਼ਵਰ ਕਹਿੰਦੇ ਹੋਏ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਨ, ਉਹਨਾਂ ਦੀਆਂ ਪ੍ਰਾਰਥਨਾਵਾਂ ਵਿਅਰਥ ਹੋ ਜਾਣਗੀਆਂ। ਬਾਈਬਲ ਇਸ ਦੀ ਗਵਾਹੀ ਦਿੰਦੀ ਹੈ। ਫਿਰ ਕੀ ਤੁਸੀਂ ਪਸਾਹ ਮਨਾਇਆ ਹੈ? ਪਸਾਹ ਮਨਾਉਣ ਦਾ ਮਤਲਬ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਗਏ ਹਾਂ। ਅਜਿਹੇ ਲੋਕ ਕਿੱਥੇ ਜਾਣਗੇ? ਉਹ ਸਦੀਪਕ ਸਵਰਗੀ ਘਰ ਵਿੱਚ ਜਾਣਗੇ। ਇਸ ਲਈ ਆਓ ਅਸੀਂ ਇਸ ਤੱਥ ਬਾਰੇ ਸੋਚੀਏ ਕਿ ਪਰਮੇਸ਼ਵਰ ਨੇ ਪਸਾਹ ਮਨਾਉਣ ਵਾਲਿਆਂ ਨੂੰ ਪਾਪਾਂ ਦੀ ਮਾਫੀ ਦਿੱਤੀ ਅਤੇ ਉਹਨਾਂ ਨੂੰ ਸਵਰਗ ਦੀਆਂ ਸੰਤਾਨਾਂ, ਮੇਰੀ ਸੰਤਾਨ ਅਤੇ ਮੇਰੇ ਲੋਕ ਕਿਹਾ। ਐਲੋਹੀਮ ਪਰਮੇਸ਼ਵਰ ਨੇ ਸਾਨੂੰ ਪਾਪਾਂ ਦੀ ਮਾਫੀ ਦਿੱਤੀ, ਸਾਨੂੰ ਪਾਪੀਆਂ ਨੂੰ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਕੱਢ ਦਿੱਤਾ ਗਿਆ ਸੀ, ਸਾਨੂੰ ਆਪਣੀ ਸੰਤਾਨ ਦੇ ਰੂਪ ਵਿੱਚ ਸਵੀਕਾਰ ਕੀਤਾ ਅਤੇ ਸਾਨੂੰ ਆਪਣੇ ਸਵਰਗੀ ਘਰ ਦਾ ਸ਼ਾਨਦਾਰ ਰਸਤਾ ਦਿੱਤਾ। ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸਦੀਪਕ ਧੰਨਵਾਦ, ਮਹਿਮਾ ਅਤੇ ਸਤੁਤੀ ਦੇਣੀ ਚਾਹੀਦੀ ਹੈ ਅਤੇ ਪਰਮੇਸ਼ਵਰ ਬਾਰੇ ਸ਼ੇਖੀ ਮਾਰਨੀ ਚਾਹੀਦੀ ਹੈ। ਤੁਸੀਂ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ, ਜਿਸ ਦੀ ਗਵਾਹੀ ਬਾਈਬਲ ਵਿੱਚ ਦਿੱਤੀ ਗਈ ਹੈ? ਕੀ ਸਵਰਗੀ ਸੰਤਾਨਾਂ ਨੂੰ ਗਲਤ ਰਸਤੇ ਤੇ ਚੱਲਣ ਵਾਲਿਆਂ ਨੂੰ ਦਲੇਰੀ ਨਾਲ ਨਹੀਂ ਜਗਾਉਣਾ ਚਾਹੀਦਾ? ਇਸ ਤਰ੍ਹਾਂ ਸਾਨੂੰ ਜੋ ਗਲਤ ਹੈ ਉਸ ਨੂੰ ਸੁਧਾਰਨਾ ਚਾਹੀਦਾ ਹੈ, ਗਲਤ ਫਹਿਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਸੱਚਾਈ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਇਹ ਉਮੀਦ ਕਰਦੇ ਹੋਏ ਕਿ ਅਸੀਂ ਸਾਰੇ ਨਵੇਂ ਨੇਮ ਦੇ ਸੇਵਕ ਅਤੇ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਬਣਾਂਗੇ ਜੋ ਸਹੀ ਤਰ੍ਹਾਂ ਨਾਲ ਪਰਮੇਸ਼ਵਰ ਦੀ ਸੱਚਾਈ ਦਾ ਪ੍ਰਚਾਰ ਕਰਦੇ ਹਨ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।